फॉसबैक दे रेजिडेंट वैलफेयर एसोसीएशन और सारे दे नुमाइंदे जिहड़े ने वो साडे कोल पहुंच चुके ने। साडियां ट्रेड यूनियनां जिहदे विच इंटक एटक AICTU एक्टिव ते साडी CTU पंजाब ये ट्रेड यूनियनां साडे कोल बकायदा पहुंच चुकियां ने। साडियां नौजवान सभा नौजवान भारत सभा वो पहुंच चुकी है। ऑल इंडिया स्टूडेंट एसोसिएशन आइसा ਅੱਜ ਪ੍ਰਦਰਸ਼ਨ ਚੰਡੀਗੜ੍ਹ ਦੇ ਜਿਹੜੇ ਅੱਡ-ਅੱਡ ਲੋਕ ਨੇ, ਵਿਦਿਆਰਥੀ ਸੰਗਠਨ, ਨੌਜਵਾਨ, ਹੋਰ ਇੱਥੇ ਟ੍ਰੇਡ ਯੂਨੀਅਨ ਸੰਗਠਨ ਨੇ ਜਾਂ ਵਪਾਰੀ ਵਰਗਾ, ਇਹਨਾਂ ਸਾਰਿਆਂ ਵੱਲੋਂ ਚੰਡੀਗੜ੍ਹ 'ਚ ਬਾਰ-ਬਾਰ ਥੋਪੇ ਜਾ ਰਹੇ ਲੋਕਡਾਊਨ ਦਾ ਵਿਰੋਧ ਹੋ ਰਿਹਾ। ਵੀ ਜਦੋਂ ਸਾਡੇ ਸਾਹਮਣੇ ਹੈ ਵੀ ਸਰਕਾਰ ਲੱਖਾਂ ਦੀਆਂ ਰੈਲੀਆਂ ਕਰਦੀ ਆ, ਇੱਥੇ ਕੁੰਭ ਦਾ ਮੇਲਾ ਚੱਲ ਰਿਹਾ, ਸਭ ਕੁਝ ਸਾਹਮਣੇ ਹੈ, ਤਾਂ ਉਸ ਵੇਲੇ ਇੱਥੇ ਖਾਸ ਤੌਰ ਤੇ ਕਿਉਂ, ਮਤਲਬ ਹਰ ਥਾਂ ਦੇ ਉੱਤੇ ਜਿੱਥੇ ਚੋਣਾਂ ਨਹੀਂ ਹੋ ਰਹੀਆਂ ਉੱਥੇ ਲੋਕਡਾਊਨ ਥੋਪਿਆ ਜਾ ਰਿਹਾ ਲੋਕਾਂ ਦੇ ਨਾਮ ਤੇ। 1 ਸਾਲ ਦੇ ਵਿੱਚ ਬਹੁਤ ਲੋਕ ਭੁੱਖੇ ਮਰੇ ਨੇ। ਪਿਛਲੇ ਲੋਕਡਾਊਨ ਦੇ ਨਤੀਜੇ ਕੀ ਨਿਕਲੇ ਨੇ ਹਜੇ ਤੱਕ ਤੁਹਾਡੇ ਤੋਂ ਸਾਂਭੇ ਨਹੀਂ ਗਏ। ਕਿੰਨੇ ਲੋਕ ਭੁੱਖ ਨਾਲ ਮਰ ਗਏ ਨੇ, ਕਰੋਨਾ ਨਾਲ ਘੱਟ ਮਰੇ ਨੇ। ਤਾਂ ਸਰਕਾਰ ਨੇ ਫੇਰ ਉਹੀ ਡਰਾਮਾ ਸ਼ੁਰੂ ਕਰਤਾ। ਲੋਕ ਇੱਥੇ ਵਿਰੋਧ ਕਰ ਰਹੇ ਨੇ ਵੀ ਅਸੀਂ ਲੋਕਡਾਊਨ ਨਹੀਂ ਲੱਗਣ ਦੇਵਾਂਗੇ। ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਕਿਸੇ ਤਰ੍ਹਾਂ ਦਾ ਲੋਕਡਾਊਨ ਨਾ ਲੱਗੇ। ਦੂਜਾ ਕਾਲਜ ਯੂਨੀਵਰਸਿਟੀਆਂ ਨੂੰ ਵੀ ਖੋਲ੍ਹਿਆ ਜਾਵੇ। ਅੱਜ ਸਰਕਾਰ ਆਪਦੇ ਸਾਰੇ ਮਨਸੂਬੇ ਪੂਰੇ ਕਰ ਰਹੀ ਆ, ਲੋਕਾਂ ਨੂੰ ਇਕੱਠੇ ਹੋਣ ਨਹੀਂ ਦੇ ਰਹੀ, ਤਾਂ ਅੱਜ ਉਹਦੇ ਵਿਰੋਧ ਦੇ ਵਿੱਚ ਲੋਕ ਇੱਥੇ ਇਕੱਠੇ ਹੋਣ। मैं कमलजीत सिंह पंछी जी, मैं प्रेजिडेंट हाँ सैक्टर 17 का और जनरल सैकटरी मैं चंडीगढ़ व्यापार मंडल का। ਜਿਹੜਾ ਤੁਸੀਂ क्वेश्चन पूछा ਅੱਜ ਦਾ ਪ੍ਰਦਰਸ਼ਨ ਸਾਡਾ ਟੋਟਲੀ लॉकडाउन के खिलाफ है। भी ਜਿਹੜਾ लॉकडाउन करना है कोई सलूशन नहीं है। प्रशासन ने जो फैसला किया है वो व्यापारियों को मंजूर नहीं है। अगर कोई ऐसा लॉकडाउन का फैसला करना भी है तो व्यापारियों नाल बैठन, एक टेबल पर बिठान, जो कंसेंसस निकले वो करन। लॉकडाउन च की है, लॉकडाउन सिर्फ दुकाना बंद है, बाकी सब कुछ खुला है, एक गलत है। पिछले साल भी लॉकडाउन होया, की होया उस सारे व्यापारियों का समान भी खराब हो गया। 2 महीने अपने जेब चो इन्होंने पैसे पा के उन्होंने इंपलाईज़ नूं तनख्वाहां दित्तियां। खर्चे असी पूरे कर रहे हैं, बिजली का बिल, GST, इनकम टैक्स, सारा कुछ असी दिन्ने हैं। और उस नाजुक स्थिति च पिछले साल असी लंगर लाए, PP किट्स, मास्क, सब कुछ किया है। ਹੁਣ ਵੀ ਇਨਸਾਨੀਅਤ ਨਾਤੇ ਜੋ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ, ਬਟ ਕਿੱਥੇ ਤੱਕ ਕਰਾਂਗੇ ਜੇ ਸਾਡੀ ਜੇਬ 'ਚ ਪੈਸਾ ਹੀ ਨਹੀਂ ਹੋਗਾ ਤੇ ਕਿੱਥੇ ਕਰਾਂਗੇ। ਸਭ ਚੀਜ਼ਾਂ ਪੈਸੇ ਨਾਲ ਹੁੰਦੀਆਂ। ਜੇ ਇਹਨਾਂ ਨੇ ਲੋਕਡਾਊਨ ਲਾਣਾ ਕੰਪਲੀਟ ਜਦੋਂ ਲਾਣ ਤੇ ਸਾਨੂੰ ਸਾਡਾ ਮੁਆਵਜ਼ਾ ਦਿੱਤਾ ਜਾਏ। ਅਸੀਂ 60,000 ਰੁਪਏ ਇੱਕ ਬੂਥ ਦਾ ਕਿਰਾਇਆ, ਛੋਟੇ ਬੂਥਾਂ ਵਾਲੇ ਕਿਰਾਏ ਕਿੱਥੋਂ ਕੱਢਣਗੇ? ਵੱਡੀ ਦੁਕਾਨਾਂ ਵਾਲੇ ਤਾਂ ਬਹੁਤ ਜ਼ਿਆਦਾ ਕਿਰਾਏ ਹੈ। ਸਾਨੂੰ ਉਹਦਾ ਮੁਆਵਜ਼ਾ ਦਿੱਤਾ ਜਾਏ ਤੇ ਲੋਕਡਾਊਨ ਕਰ ਲੈਣ। ਇਸ ਤਰ੍ਹਾਂ ਦਾ ਮੁਆਵਜ਼ਾ ਲੋਕਡਾਊਨ ਦੇ ਇਲਾਵਾ ਕਿਹੜਾ ਸੋਲੂਸ਼ਨ ਜਿਹੜਾ ਯੂਜ਼ ਕੀਤਾ ਜਾ ਸਕਦਾ? ਦੋ ਦੱਸੋ। ਜਿਹੜਾ ਸੋਲੂਸ਼ਨ ਦੂਜਾ ਹੈਗਾ, ਇੱਕ ਅਵੇਅਰਨੈਸ ਵਧਾਉਣ ਦੀ ਲੋੜ ਹੈ। ਹਾਲਾਂਕਿ ਪਬਲਿਕ ਚੰਡੀਗੜ੍ਹ ਦੀ ਪੜ੍ਹੀ ਲਿਖੀ ਹੈ, ਉਹਨਾਂ ਨੂੰ ਸਭ ਸਮਝ ਹੈ, ਬਟ ਅਸੀਂ ਵੀ ਤੁਹਾਡੇ ਮਾਧਿਅਮ ਤੋਂ ਜਨਤਾ ਨੂੰ ਅਪੀਲ ਕਰਦੇ ਹਾਂ ਵੀ ਇਹ ਲੋਕਡਾਊਨ ਤੋਂ ਸਾਨੂੰ ਬਚਾਓ। ਜੇ ਜਨਤਾ ਪ੍ਰੋਪਰ ਮਾਸਕ ਪਾਏਗੀ, ਸੈਨੀਟਾਈਜ਼ਰ ਯੂਜ਼ ਕਰੇਗੀ, ਸੋਸ਼ਲ ਡਿਸਟੈਂਸਿੰਗ ਰੱਖੇਗੀ ਤੇ ਕਰੋਨਾ ਨਹੀਂ ਵਧੇਗਾ। ਕਰੋਨਾ ਜਦੋਂ ਜਨਤਾ 'ਚ ਵੱਧਦਾ ਤੇ ਦੁਕਾਨਾਂ ਤੇ ਲੋਕਡਾਊਨ ਲੱਗ ਜਾਂਦਾ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਅਵੇਅਰਨੈਸ ਕਰਨ ਤੇ ਜਨਤਾ ਨੂੰ ਥੋੜੀ ਜੇ ਸਖਤੀ ਵੀ ਕਰਨੀ ਪੈਂਦੀ ਸਖਤੀ ਕਰਨ ਤਾਂ ਕਿ ਇਹ ਲੋਕਡਾਊਨ ਦੀ ਸਥਿਤੀ ਨਾ ਆਏ। ਸਰਕਾਰ ਤਾਂ ਇੱਕ ਪਾਸੇ ਕਹਿ ਰਹੀ ਹੈਗੀ ਹੈ ਕਿ ਜਿਹੜਾ ਲੋਕਾਂ ਨੂੰ ਆਪਣਾ ਵਰਕਆਊਟ ਕਰੋ, ਤੁਸੀਂ ਤੰਦਰੁਸਤ ਹੋਵੋ, ਐਕਸਰਸਾਈਜ਼ ਕਰੋ, ਤੇ ਦੂਜੇ ਪਾਸੇ ਸਭ ਤੋਂ ਪਹਿਲਾਂ ਜਿਹੜਾ ਸਰਕਾਰ ਹੈਗੀ ਹੈ ਜਿਮ ਬੰਦ ਕਰ ਰਹੀ ਹੈ। ਪਿਛਲੀ ਵਾਰ ਵੀ ਇੱਦਾਂ ਹੋਇਆ ਸੀਗਾ ਕਿ ਸਭ ਤੋਂ ਪਹਿਲਾਂ ਜਿਮ ਬੰਦ ਕੀਤੇ ਗਏ ਸੀ ਤੇ ਸਭ ਤੋਂ ਬਾਅਦ 'ਚ ਖੋਲ੍ਹੇ ਗਏ ਸੀਗੇ। ਲੋਕਡਾਊਨ ਦਾ ਸਾਰਿਆਂ ਨੂੰ ਇਫੈਕਟ ਪੈਂਦਾ ਹੈਗਾ, ਬਟ ਤੁਹਾਨੂੰ ਪਤਾ ਕਿ ਜਿਹੜੇ ਜਿਮ ਹੈਗੇ ਨੇ ਉਹਨਾਂ ਵਾਸਤੇ ਸਾਨੂੰ ਬਹੁਤ ਵੱਡੇ ਸ਼ੋਰੂਮ ਚਾਹੀਦੇ ਨੇ ਤੇ ਉਹਨਾਂ ਦਾ ਰੈਂਟ ਬਹੁਤ ਜ਼ਿਆਦਾ ਹੈਗਾ, ਇੰਪਲੋਈਜ਼ ਹੈਗੇ ਨੇ ਤੇ ਸਰਕਾਰ ਇਹਨਾਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਹੈਗੀ ਹੈ ਔਰ ਸਾਡਾ ਬਹੁਤ ਸ਼ੋਸ਼ਣ ਕੀਤਾ ਜਾ ਰਿਹਾ ਹੈਗਾ ਵੈ। ਹੁਣ ਵੀ ਸਿਰਫ ਜਿਮ ਬੰਦ ਕੀਤੇ ਗਏ ਹੈਗੇ ਨੇ, ਬਾਕੀ ਲੋਕਡਾਊਨ ਲਗਾ ਦਿੱਤਾ ਹੈਗਾ। ਸਾਨੂੰ ਪਤਾ ਨਹੀਂ ਹੈ ਕਿ ਇਹਦਾ ਫਾਇਦਾ ਕੀ ਹੈ ਲੋਕਡਾਊਨ ਦਾ। ਕਿਸੇ ਵੀ ਤਰ੍ਹਾਂ ਨਾਲ ਕੇਸ ਘੱਟ ਨਹੀਂ ਹੋ ਰਹੇ ਹੈਗੇ ਨੇ, ਕੇਸ ਉਲਟਾ ਵੱਧ ਰਹੇ ਨੇ। ਉਲਟਾ ਸਰਕਾਰ ਨੂੰ ਚਾਹੀਦਾ ਹੈਗਾ ਕਿ ਲੋਕਾਂ ਨੂੰ ਜਾਗਰੂਕ ਕਰਨ। ਇਹ ਕਿਹਾ ਜਾਵੇ ਕਿ ਮਾਸਕ ਪਾਓ, ਜਿਹੜਾ ਆਪਣਾ ਸਿਸਟਮ ਹੈਗਾ ਹੈਲਥ ਸਿਸਟਮ ਨੂੰ ਵਧਾਇਆ ਜਾਵੇ ਤੇ ਸਰਕਾਰ ਉਹਨਾਂ
ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੀ ਹੈ ਤੇ ਲੋਕਡਾਊਨ ਕਰਕੇ ਜਿਹੜਾ ਲਗਾ ਕੇ ਸਾਰੇ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ। ਤੇ ਸਾਡੀ ਇਹੀ ਬੇਨਤੀ ਹੈ ਸਰਕਾਰ ਦੇ ਅੱਗੇ ਕਿ ਲੋਕਡਾਊਨ ਨੂੰ ਹਟਾਇਆ ਜਾਵੇ ਤੇ ਸਾਡੇ ਜਿਮ ਜਿਹੜੇ ਹੈਗੇ ਨੇ ਉਹ ਵੀ ਖੋਲੇ ਜਾਣ ਤਾਂ ਜੋ ਲੋਕ ਉੱਥੇ ਆ ਕੇ ਜਿਹੜਾ ਬੰਦਾ ਵਾਕਆਊਟ ਕਰੇਗਾ मेहनत करेगा उन्नू कोरोना हो ही नहीं सकता हैगा, जे होंदा भी है तो छेती तंदुरुस्त हो जाएगा। सबसे पहले ये बताइए कि आप क्या काम करते हैं और कहाँ काम करते हैं? मैं फैक्ट्री में काम करता हूँ। मेरा नाम लाल बहादुर है और ये एक्टू से मैं संबंधित रखता हूँ। एक्टू जो है लेबर यूनियन है हमारी, तो लेबर यूनियन का मेंबर भी हूँ और फैक्ट्री में काम भी करता हूँ। लाल बहादुर जी, मेरे को बताइए कि जो लॉकडाउन लगाई जा रही है, वीकेंड लॉकडाउन या एक हफ्ते का लॉकडाउन या सैटरडे संडे, इस लेबर वर्ग किस तरह प्रभावित हो रहा है? ये कोई भी लॉकडाउन हो, चाहे ये संडे वाला हो चाहे परमानेंट लॉकडाउन हो, ये बिल्कुल गलत है, हमारे हिसाब से होना नहीं चाहिए। और इसी गवर्नमेंट ने, यही भाजपा गवर्नमेंट ने पिछले साल इस चीज़ को माना था कि लॉकडाउन कोई समस्या का हल नहीं है। इसने केवल इसलिए कहा था कि लॉकडाउन हम लगा रहे हैं क्योंकि हमारे पास व्यवस्थाएं नहीं हैं, व्यवस्था और नई नई बीमारी है, इसके बारे में हम कुछ जानते नहीं, तो हमें कुछ टाइम मिलना चाहिए ताकि हम अपना इंतज़ाम कर सकें। लेकिन 1 साल हो गया है, ये कान बंद करके बैठी हुई। आज वो जो समस्या है वो सबके सामने खुल गई है। पीछे इन्होंने 2 महीने पहले डिक्लेयर कर दिया था कि कोरोना भाग गया है, इसलिए शांति से बैठ गए। आज ये जो समस्या इसकी गैस की है जो आ रही है, वेंटिलेटर की है, सारे को इन्होंने कोई इंतजाम तो किया नहीं था, केवल ये हुआ कि रैली में लगे रहे, वहाँ वो कर रहे हैं, यहाँ फिर वही। पर साल जो भगदड़ मची है चंडीगढ़ से, उससे बहुत ज़्यादा इस साल बुरा हाल होगा, क्योंकि जो मदद किसानों ने की थी, किसान तो दिल्ली बॉर्डर पे बैठा है, अब तो यहाँ मदद करने वाला भी कोई नहीं है। तो ये लॉकडाउन बिल्कुल कोई लेबर चाह ही नहीं रहा, कोई लेबर बिल्कुल। कोरोना तो एक सीरियस इशू है, इसको मानना पड़ेगा आपको, ठीक है? हम बीमारी तो मानते हैं, कोरोना है। हम सरकार से किस तरह की समाधान की अपील करते हैं आप? ये सारे चंडीगढ़ में इतनी यूनियनें हैं, सारे लोगों के साथ, जनता के साथ बैठ के बातचीत करें, समस्या निकल जाएगी। बातचीत के बाद भी यही अगर निकलता है सोल्यूशन की लॉकडाउन लगाया जाए, तब तो लॉकडाउन अगर लगाया जाए तो लॉकडाउन तो पिछले साल भी लगा लिया था। सोल्यूशन क्या है इसका? सोल्यूशन ये है कि सोल्यूशन निकल रहा होता ना, तो ये आज तक इतना दिन लॉकडाउन रहा, हम पिछले साल भी लॉकडाउन रहे महीना भर, तो निकल गया होता। लेकिन लॉकडाउन तो सोल्यूशन है नहीं इसका, लॉकडाउन के बावजूद भी बीमारी बढ़ता जा रहा है। तो पिछले बार की लॉकडाउन से आप किस तरह प्रभावित? देखिए की समस्याएं अभी तक सामना करना पड़ा? पिछले बार के लॉकडाउन से हम 3 महीना कच्ची कॉलोनी में हम झुग्गियों में रहते हैं, 3 महीना हम कॉलोनी के अंदर बंद पड़े थे। खाने के हालात इतने ख़राब हो गए थे कि मैं अब क्या बताऊं, इतने बहुत बुरे हालात हो गए थे। सरकार ने हम लोगों को 5 किलो गेहूं दिया था, वो भी 3 बार दिया था 3 महीने में। उस उनके 5 किलो गेहूं से 3 महीने में हमारा गुजारा हो जाएगा 3 महीने का। सरकार के पास कोई सोल्यूशन नहीं है। अब सोल्यूशन ये है कि सरकार के पास 1 साल टाइम था, 1 साल में अपनी जो व्यवस्था थी स्वास्थ्य की, जो चीज़ों की कमी थी, उसको पूरा करना चाहिए था सरकार का। अब लॉकडाउन तो पिछली बार भी हल नहीं था और ना इस बार है। मैं देखता हूँ, मैं जोमेटो में काम करता हूँ, हमारी खुद की हालत की 8 बजे वो बंद कर देते हैं, 8 बजे रेस्टोरेंट बंद कर देते हैं, पुलिस वाले मारते हैं। अगर हमारा एक ऑर्डर भी कैंसिल हो जाता है तो पूरे दिन की हमारी दिहाड़ी चली जाती है। तो जो लॉकडाउन है वो सोल्यूशन नहीं है, बल्कि सुविधाएँ बढ़ाएँ। जो स्वास्थ्य की समस्या है, जो वेंटिलेटर की कमी है, ऑक्सीजन की कमी है, आधार दवाइयों की कमी है, उनको बढ़ाया जाए, उस तरफ ध्यान दिया जाए। मैं मोदी सरकार से ये पूछना चाहता हूँ कि पिछले साल जो पीएम केयर का फंड का पैसा था वो कहाँ गया? उस पैसे का आपने कहाँ इस्तेमाल किया? कौन से स्वास्थ्य के लिए इस्तेमाल किया? आज मैं कहता हूँ, मेरे चंडीगढ़ में रहता हूँ, हमारे चंडीगढ़ का हिस्सा कहाँ पे है? आपने उस पीएम केयर फंड का पैसा कहाँ लेके गए आप? जनता यहाँ मर रही है। मैं लखनऊ देखो, दिल्ली देखो, गुजरात देखो, हर एरिया में जनता मर रही, ना वेंटिलेटर है, ना ऑक्सीजन है। यहाँ तक कि ऑटो पे बैठे बैठे उनको ऑक्सीजन नहीं मिल रहा, उनको अंदर तक नहीं, भर्ती तक नहीं कर रहे हैं, जनता वहीं मर जा रही है। इनकी 1 साल हो गए, इनमें क्या सुविधाएं इनकी? 1 साल पिछले साल से कुछ सीखा नहीं था 2020 से, 2021 में ये हालात हो गई। तो सरकार अब कहती कोरोना है। मैं कह रहा हूँ, तुम लाखों की गिनती में रैलियाँ करते हो, अमित शाह विदाउट मास्क रैलियाँ करता है और जनता के तुम चालान काटते हो। ये कौन सा न्याय है कि जनता, आम जनता के लिए कानून है और तुम्हारे लिए कोई कानून नहीं? सब तो पहले अपने बारे बताओ, कौन तुसी? हाँ जी, मैं रणवीर चौहान, मैं जिम ओनर हूँ। और एक्चुअली यहाँ पे जो प्रोटेस्ट किया जा रहा है, ये जिम को लेके ही किया जा रहा है।
क्योंकि जब भी लॉकडाउन लगता है तो ये जिम को ही फर्स्ट टारगेट करते हैं। तो ये कोई सलूशन नहीं हुआ कि आप जिम बंद कर दो और आप एक तरफ बोल रहे हो कि कोरोना से लड़ने का एक फ़िटनेस इंडस्ट्रीज़ का जो है बहुत अच्छा योगदान है, बट ये बंद तो पहले फिटनेस इंडस्ट्रीज़ को हो रहे हैं ना, बंद कर रहे हैं, तो इसका कोई सलूशन नहीं हुआ। और जो हमारे रेंट वगैरह है वो कहाँ से हम पे करेंगे, या सैलरीज़ वगैरह EMI जा रही है हमारी जो बैंक की, वो तो सेम एज इट इज़ वैसे ही जा रही है। पहले भी लॉकडाउन में ऐसे ही हुआ था। तो इसका सलूशन तो ये है, या तो हम कोरोना से ही मर जाए तो ज़्यादा बेटर है, ऐसे बाहर घूम ले, है ना। तो गवर्नमेंट के इस बार हम तो बिल्कुल नहीं सुनेंगे। पिछले बार जो लॉकडाउन हुआ, ठीक है, 3 महीने के आसपास का लॉकडाउन, उसके कारण आपको किस तरह के नुकसान उठाने पड़े? सर एक्चुअली पर हमारा अपना जिम था सर, वो भी क्लोज हो गया उसमें चलते। ठीक है, अभी हम जॉब करते तो उससे चलते अगर ये लॉकडाउन दोबारा होता है तो जॉबलेस भी हो जाएंगे, कोई जॉब भी नहीं मिलेगी सर। ठीक है, फैमिली को बहुत फेस करना पड़ा है, हम बड़े स्ट्रेस में रहे इस चीज़ को लेकर। कोरोना के चलते बड़े स्ट्रेस में रहे, सारे जिम वाले रहे, ओनर्स भी रहे हैं, ट्रेनर्स भी रहे, अपनी फैमिली भी रही है। इसकी रिस्पॉन्सिबिलिटी कौन उठाता सर? इसकी सरकार उठा रही है? नहीं उठा रही है। सरकार कहती है जिम बंद कर दो, जिम बंद हो, EMI नहीं बंद हो हमारी, रेंट नहीं बंद हो हमारे। ठीक है सर, फैमिली खर्चा हमारे यही चल रहा है, EMI में टोटली यही चल रही है। या अगर लॉकडाउन लगता है तो EMI भी बंद करो ना, EMI क्लोज कर दो। ठीक है सर, हर एक चीज़, राशन हमारा चल रहा है, कहाँ से अफोर्ड करेगा गरीब बंदा? कुछ ट्रेनर तो सुसाइड भी किए हैं। ठीक है सर, ये बताइए कि किस तरह से इस कोरोना काल में भी जिम को चलाया जा सकता है, किस तरह के प्रोटोकॉल्स बनाए जाएं जिसे फॉलो करना भी आसान हो? सरकार के प्रोटोकॉल दिए जाएंगे, हम उनको फॉलो करेंगे, पर इवन हमें 50% कुछ तो कि ओपन करें जिम, 50% कम से कम ओपन करें। हम जो भी हमें गाइडलाइन मिलेगी हम उसको फॉलो करेंगे। ठीक है सर, और लास्ट टाइम भी हमने किया ही है, ऐसा नहीं है। लास्ट टाइम भी जो गाइडलाइन दी गई थी उसके अकॉर्डिंगली हमने सब किया था, सैनिटाइज करना है, सब कुछ करना है, जो भी किया है। बट अब की बार ये फिर से इन्होंने फुल लॉकडाउन लगा दिया हमारी जिम के लिए, सिर्फ ओनली फॉर जिम। हमारी फैमिलियाँ कहाँ जाएंगी सर? फैमिलियाँ सर, हमारा सारा कैसे चलेगा? सरकार सिर्फ बंद कर देती है, सरकार अंधी होगी है, बहरी भी होगी, उन्हें कुछ दिखता नहीं है, वो सिर्फ अपना देखते हैं। पॉलिटिक्स चल रही है सर, पूरी पॉलिटिक्स चल रही है सरकार की। मेरा नाम हरਦੀप ਸਿੰਘ ਹੈ ਜੀ, ਮੈਂ ਪਿੰਡ ਖੁੱਡਾਲੀ ਸ਼ੇਰ ਤੋਂ ਆਇਆ ਜੀ। ਇਹ ਜਿਹੜਾ ਲੋਕਡਾਊਨ ਦਾ ਡਰਾਮਾ ਹੈ ਦੁਬਾਰਾ ਚਾਲੂ ਕਰਨ ਲੱਗਿਆ, ਕੁਝ ਬਦਲਿਆ ਤਾਂ ਹੈ ਨਹੀਂ। ਪਿਛਲੇ ਸਾਲ ਸੇਮ ਹਾਲਾਤ ਸੀਗੇ, ਨਾ ਹਸਪੀਟਲਾਂ 'ਚ ਆਕਸੀਜਨ ਸੀਗੀ, ਨਾ ਬੈੱਡ ਸੀਗੇ, ਨਾ ਦਵਾਈਆਂ ਸੀਗੀ, ਤੇ ਅੱਜ ਸੇਮ ਸਿਚੁਏਸ਼ਨ ਫੇਰ ਹੈਗੀ ਹੈ। ਤਾਂ ਇਹਨਾਂ ਨੇ PM ਕੇਅਰ ਦੇ ਵਿੱਚ ਜਿੰਨਾ ਪੈਸਾ ਇਕੱਠਾ ਕਰਿਆ ਉਹਦਾ ਕੋਈ ਹਿਸਾਬ ਨਹੀਂ। 2014 ਤੋਂ ਬਾਅਦ ਇਹ ਅੱਛੇ ਦਿਨ ਲੈ ਕੇ ਆਏ ਸੀਗੇ, ਉਹ ਇਹਨਾਂ ਨੇ ਦੱਸਿਆ ਨਹੀਂ, ਇਹ ਆਪਣੀ ਅੱਛੇ ਦਿਨ ਲੈ ਕੇ ਆਏ ਸੀਗੇ। ਪੂਰੀ ਐਸ਼ ਕਰ ਰਹੇ ਆ, ਤਨਖਾਹਾਂ ਵਧਾ ਲੀਆਂ, ਆਪਣੀ ਫੈਸਿਲਿਟੀਆਂ ਵਧਾ ਲੀਆਂ ਨੇ। ਉਸ ਤੋਂ ਬਾਅਦ ਮੈਂ ਗਵਰਨਮੈਂਟ ਸਕੂਲ ਟੀਚਰ ਲੱਗਿਆ ਸੀਗਾ। ਸਟਾਰਟਿੰਗ ਹੁੰਦੀ ਹੈ ਜੀ, ਤੁਸੀਂ ਦੇਖੋਗੇ ਅੱਜ ਕੱਲ੍ਹ ਹਰ ਜਗ੍ਹਾ ਕੰਟਰੈਕਚੁਅਲ ਜਾਂ ਪ੍ਰਾਈਵੇਟਾਈਜੇਸ਼ਨ ਚੱਲ ਰਹੀ ਹੈ। ਉਸ ਤੋਂ ਬਾਅਦ ਵਧੀਆ ਰਿਜ਼ਲਟ ਦੇਣ ਕਰਕੇ ਮੈਨੂੰ ਚੰਡੀਗੜ੍ਹ ਵੱਲੋਂ ਚਲੋ ਸਿਲੈਕਟ ਹੋ ਕੇ ਮੌਕਾ ਮਿਲਿਆ ਕਿ ਮੋਦੀ ਜੀ ਨਾਲ ਪ੍ਰੈਜ਼ੀਡੈਂਟ ਨਾਲ ਮੀਟਿੰਗ ਲੰਚ ਹੋਏਗਾ। ਚਲੋ ਠੀਕ ਹੈ, ਰੋਟੀ ਪਾਣੀ ਹੋ ਗਈ, ਪਰ ਉਸ ਤੋਂ ਬਾਅਦ ਹਜੇ ਵੀ ਉਮੀਦ ਸੀਗੀ ਕਿ ਚਲੋ 21 ਸਾਲ ਹੋਇਆ, ਅੱਛੇ ਦਿਨ ਆਉਂਗੇ, ਕੁਛ ਤਾਂ ਚੰਗਾ ਕਰੂੰਗਾ। ਪਰ ਬਾਅਦ ਚ ਪਤਾ ਲੱਗਿਆ ਗੱਲਾਂ ਹੀ ਗੱਲਾਂ ਜੋਗਾ ਇਹ ਬੱਬਰ ਸ਼ੇਰ, ਹੋਰ ਕੁਝ ਨਹੀਂ, ਗੱਲਾਂ ਦਾ ਹੀ ਬੱਬਰ ਸ਼ੇਰ ਆ, ਹੋਰ ਕੁਝ ਨਹੀਂ। ਗੁਜਰਾਤ ਮਾਡਲ ਇਹ ਕਹਿੰਦੇ ਨੇ ਕਿ ਪੂਰਾ ਇੰਡੀਆ 'ਚ ਲਾਗੂ ਕਰਨਾ ਚਾਹੁੰਦੇ ਹੈ। ਉਹ ਯਾਰ ਉੱਧਰ ਤਾਂ ਪਹਿਲਾਂ ਹੀ ਇੰਨਾ ਬੁਰਾ ਹਾਲ ਹੈ, ਸਰਕਾਰੀ ਸਕੂਲ ਦੇ ਟੀਚਰ 5-6 ਹਜ਼ਾਰਾਂ ਦੇ ਵਿੱਚ ਐਵੇਂ ਹੀ ਜੋਬ ਕਰ ਰਹੇ ਨੇ, ਪੜ੍ਹਾਈ ਦਾ ਬੁਰਾ ਹਾਲ ਹੈ। ਇਹਨੇ ਕਰਦੇ ਕੀ ਹੈ? ਸਭ ਤੋਂ ਪਹਿਲਾਂ ਇਹਨਾਂ ਨੇ ਡਾਟਾ ਰੋਕਿਆ, ਸਭ ਤੋਂ ਪਹਿਲਾਂ ਕਿ ਜਿਹੜੇ ਆંકੜੇ ਆਉਂਦੇ ਨੇ, ਸਾਡੇ ਕਿਸਾਨਾਂ ਨੇ ਇੰਨੇ ਸੁਸਾਈਡ ਕਰੇ ਹੈ ਕਿ ਜਿੰਨਾ ਦਾ ਤੁਸੀਂ ਹੈਰਾਨ ਹੋਵੋਗੇ। ਇਹਨਾਂ ਨੇ ਗਿਣਤੀ ਦੇਣੀ ਛੱਡਦੀ ਕਿ ਲੋਕਾਂ ਨੂੰ ਜਾਗਰੂਕਤਾ ਹੀ ਨਾ ਹੋਵੇ। ਹੁਣ ਇਹ ਜਿਹੜੇ ਆંકੜੇ ਹੁਣ ਦੇਖੋ ਆਪਣੇ ਹਿਸਾਬ ਨਾਲ ਇਸਤੇਮਾਲ ਕਰ ਰਹੇ ਹੈ ਕਿ ਕਰੋਨਾ ਦੇ ਇੱਕਦਮ ਤੋਂ ਹੁਣ ਕੇਸ ਵੱਧ ਕਿਸ ਤਰ੍ਹਾਂ ਗਏ। 1 ਸਾਲ ਤੋਂ ਘਟਦੇ ਮੁੱਕ ਹੀ ਪਏ ਸੀਗੇ। ਹੁਣ ਇਹਨਾਂ ਦੇ ਇਲੈਕਸ਼ਨ ਹੋ ਗਏ ਨੇ, ਇਹਨਾਂ ਦੀ ਸਰਕਾਰਾਂ ਆ ਗਈਆਂ ਨੇ ਵੱਖਰੇ ਰਾਜਿਆਂ 'ਚ ਕਿ ਬਸ ਹੁਣ ਆਪਣਾ ਕੰਮ ਕੱਢਣਾ ਹੈ। ਤਾਂ ਕਰੋਨਾ ਨਹੀਂ ਹੈ, ਪੈਸਾ ਹੈ, ਪਾਵਰ ਹੈ, ਤਾਂ ਕਰੋਨਾ ਨਹੀਂ ਹੈ। ਆਮ ਜਨਤਾ ਹੈ ਤਾਂ ਹਾਂ ਕਰੋਨਾ ਹੈ। ਇਹ ਮੁੱਦੇ ਲਈ ਅਸੀਂ ਇਕੱਠੇ ਹੋਏ ਹਾਂ ਕਿ ਲੋਕਡਾਊਨ ਉਹ ਬਣਦਾ ਕਿੱਥੇ ਹੈ? ਬਾਰ ਰੂਮ ਦੇ ਵਿੱਚ। ਹੁਣ ਜਿਹੜੇ ਕਮਰੇ ਦਾ ਨਾਮ ਹੈ ਬਾਰ ਹੈ, ਸੋਚੋ ਵੀ ਉੱਥੇ ਕੋਈ ਚੱਜ ਦਾ ਫੈਸਲਾ ਆਜੂ, ਸੋਚਣ ਦੀ ਗੱਲ ਹੈ। ਦੂਸਰੀ ਗੱਲ, ਅਸੀਂ ਲੋਕਡਾਊਨ ਦਾ ਵਿਰੋਧ ਕਰ ਕਿਉਂ ਰਹੇ ਹਾਂ? ਗੱਲ ਇੱਥੇ ਹੈ। ਗੱਲ ਇਹ ਹੈ ਕਿ ਜਦੋਂ ਪਿਛਲੀ ਵਾਰੀ ਲੋਕਡਾਊਨ ਲੱਗਿਆ, ਸਾਡੇ ਜਿੱਥੇ ਬਹੁਤ ਸਾਰੇ ਇਦਾਂ ਦੇ ਸੇਵਾਦਾਰ ਭਰਾ ਖੜੇ ਨੇ, ਭੈਣਾਂ ਖੜੀਆਂ ਨੇ, ਜਿਨ੍ਹਾਂ ਨੇ ਲੰਗਰ ਦੀ ਲਗਾਤਾਰ ਸੇਵਾ ਕੀਤੀ ਹੈ। ਮੈਂ ਆਪ 40 ਦਿਨ ਲੰਗਰ ਦੀ ਸੇਵਾ 'ਚ ਰਿਹਾ, ਪਰ ਸਾਨੂੰ ਇਸ ਪ੍ਰਸ਼ਾਸਨ ਵੱਲੋਂ ਸਿਰਫ ਤੇ ਸਿਰਫ ਇੱਕ ਚੌਲਾਂ ਦੀ ਬੋਰੀ ਮਿਲੀ ਹੈ, ਤੇ ਉਹ ਚੌਲ ਵੀ ਕਬੂਤਰਾਂ ਨੂੰ ਪਾਣ ਜੋਗੇ ਵੀ ਨਹੀਂ ਸੀ, ਬੰਦਿਆਂ ਨੂੰ ਤਾਂ ਬਹੁਤ ਦੂਰ ਦੀ ਗੱਲ ਹੈ।
ਤੁਸੀਂ ਬਹੁਤ ਸਾਰੇ ਨੇ ਐਸਡੀਐਮ ਨਾਲ ਮੀਟਿੰਗਾਂ ਵੀ ਕੀਤੀਆਂ ਹੋਣੀਆਂ। ਐਸਡੀਐਮ ਉਦੋਂ ਇਹ ਕਹਿੰਦੇ ਸੀ ਕਿ ਲੋਕਾਂ ਨੂੰ ਸਿਰਫ ਤੇ ਸਿਰਫ ਖਿਚੜੀ ਖਿਲਾਓ, ਹੋਰ ਕੋਈ ਦੂਜੀ ਨਾ ਦਾਲ ਦੋ ਨਾ ਰੋਟੀ ਦੋ। ਤੁਸੀਂ ਸੋਚੋ ਵੀ ਐਸਡੀਐਮ ਨੂੰ ਮੈਂ ਅਸੀਂ ਸਵਾਲ ਕੀਤਾ ਵੀ ਤੂੰ ਆਪ ਭਾਈ ਰੋਜ਼ ਖਿਚੜੀ ਖਾ ਸਕਦਾ, ਕਹਿੰਦਾ ਨਹੀਂ। ਤੇ ਕਹਿਣ ਦਾ ਮਤਲਬ ਕਿ ਜਦੋਂ ਇਹ ਆਪਣੇ ਆਪ ਤੋਂ ਫੇਲ ਨੇ, ਲੰਗਰ ਲੋਕਾਂ ਨੇ ਲਾਉਣੇ ਨੇ, ਲੋਕਾਂ ਲਈ ਲਾਉਣੇ ਨੇ, ਤਾਂ ਸਰਕਾਰਾਂ ਨੂੰ ਲਾਕਡਾਊਨ ਲਾਉਣ ਦੀ ਲੋੜ ਕੀ ਹੈ? ਕਹਾਣੀ ਤਾਂ ਇੱਥੇ ਆ ਕੇ ਖੜੀ ਹੈ ਨਾ ਕਿ ਲਾਕਡਾਊਨ ਲਾਉਣਾ ਕਿਸ ਲਈ ਲਾਉਣਾ। ਇਹਨਾਂ ਦੀ ਰੈਲੀਆਂ ਹੋ ਰਹੀਆਂ ਨੇ। ਅਮਿਤ ਸ਼ਾਹ ਦੀ ਕੱਲ ਇੱਕ ਵੀਡੀਓ ਆਈ ਹੈ, ਜਿਹੜੇ ਡਾਕਟਰ ਨੇ, ਜਿਹੜਾ ਸਟਾਫ ਹੈ, ਪੀਪੀਡੀ ਕਿੱਟ ਪਾ ਕੇ ਬੈਠੋ, ਅੰਦਰ ਗਰਮੀ 'ਚ ਮਰ ਰਹੇ ਨੇ। ਅਮਿਤ ਸ਼ਾਹ ਨਾ ਮਾਸਕ ਹੈ ਨਾ ਕੁਛ ਹੈ, ਉਹ ਇਦਾਂ ਹੀ ਘੁੰਮਦਾ ਫਿਰ ਰਿਹਾ। ਲਾਕਡਾਊਨ ਦਾ ਹਾਲ ਤਾਂ ਇਹ ਹੈ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਵਤ ਸੁਣਾ ਦੇਵਾਂ, ਕਹਾਣੀ ਜੀ ਸੁਣਾ ਦੇਵਾਂ ਵੀ ਇੱਕ ਜੱਟ ਸੀ, ਉਹਦਾ ਪਜਾਮਾ ਨਾ ਥੱਲੇ ਤੋਂ ਫਟ ਗਿਆ ਥੋੜਾ ਜਿਹਾ, ਗਰੀਬੀ ਨਾਮ ਦਾ ਚੂਹਾ ਸੀ, ਉਹ ਕੁਤਰ ਗਿਆ। ਚੂਹੇ ਦਾ ਨਾਮ ਸੀ ਗਰੀਬੀ, ਉਹਨੇ ਪਜਾਮਾ ਕੁਤਰਤਾ। ਉਹ ਦਰਜੀ ਕੋਲ ਚਲੇਗਾ, ਦਰਜੀ ਦਾ ਨਾਮ ਸੀ ਸਰਕਾਰ। ਦਰਜੀ ਦਾ ਨਾਮ ਸੀ ਸਰਕਾਰ। ਕੀਤਾ ਕਿ ਹੋਇਆ ਸੀ, ਉਹਨੇ ਪੋਲੀਟੀਕਲ ਸਾਇੰਸ ਦੀ ਡਿਗਰੀ ਕਰੀ ਵੀ ਸੀ, ਚਾਹ ਵੇਚਦਾ ਹੁੰਦਾ ਸੀ ਸਟੇਸ਼ਨ ਤੇ। ਹੁਣ ਤੁਸੀਂ ਸਮਝ ਗਏ ਵੀ ਦਰਜੀ ਕੌਣ ਹੋਣਾ। ਜੱਟ ਅਗਲੇ ਦਿਨ ਜਦੋਂ ਆਪਣਾ ਪਜਾਮਾ ਲੈਣ ਗਿਆ ਤਾਂ ਪਤੰਦਰ ਨੇ ਗੋਡਿਆਂ ਤੋਂ ਵੜਤਾ, ਥੱਲੇ ਜਿੱਥੇ ਟਾਕੀ ਉੱਥੇ ਟਾਕੀ ਨਹੀਂ ਲਾਈ, ਪਜਾਮਾ ਹੀ ਵੜਤਾ। ਤਾਂ ਫਿਰ ਜੱਟ ਨੇ ਪੁੱਛਿਆ ਵੀ ਆਹ ਕੀ ਕੀਤਾ? ਕਹਿੰਦਾ ਮੇਰੇ ਕੋਲ ਸੂਈ ਧਾਗਾ ਹੈ ਨਹੀਂ ਸੀ, ਕੈਂਚੀ ਸੀ, ਜੋ ਹੈ ਸੀ ਮੈਂ ਉੱਠ ਚਲਾਤਾ। ਸੋ ਕਹਿਣ ਦਾ ਮਤਲਬ ਵੀ ਲਾਕਡਾਊਨ ਤੋਂ ਕੈਂਚੀ ਹੈ ਵੀ ਇਹਨੇ ਪਜਾਮਾ ਹੀ ਪਾੜਨਾ ਆਪਣਾ, ਸਾਨੂੰ ਠੀਕ ਨਹੀਂ ਕਰਕੇ ਦੇਣਾ, ਸਗੋਂ ਹੋਰ ਸਾਨੂੰ ਮੁਸੀਬਤ 'ਚ ਪਾਉਣਾ। ਸੋ ਹੱਥ ਜੋੜ ਕੇ ਬੇਨਤੀ, ਭਰਾਵੋ ਇਕੱਠੇ ਰਹੋ। ਜਿੱਥੇ ਵੀ ਲਾਕਡਾਊਨ ਵਿਰੋਧੀ ਮੋਰਚੇ ਦੀ ਕਾਲ ਆਊਗੀ ਆ ਜਿਓ। ਨਾ ਪ੍ਰਸ਼ਾਸਨ ਤੋਂ ਡਰਨਾ, ਨਾ ਪੁਲਿਸ ਤੋਂ ਡਰਨਾ, ਕੋਈ ਗੱਲ ਨਹੀਂ। ਪੁਲਿਸ ਵਾਲੇ ਵੀ ਬਹੁਤ ਛੇਤੀ ਪ੍ਰਾਈਵੇਟ ਹੋਣ ਵਾਲੇ ਆ, ਉਹਨਾਂ ਦੀ ਵੀ ਲੜਾਈ ਸਾਨੂੰ ਆਪੇ ਹੀ ਲੜਨੀ ਪੈਣੀ ਹੈ, ਸਾਨੂੰ ਲੜਨੀ ਪੈਣੀ ਹੈ। ਉਹ ਵੀ ਸਾਡੇ ਕੋਲੇ ਆਣਗੇ, ਇਹ ਸੀਆਈਟੀ ਵਾਲੇ ਵੀ ਸਾਡੇ ਕੋਲ ਆਣਗੇ ਵੀ ਭਰਾਵੋ ਤੁਸੀਂ ਮਾੜਾ ਜਿਹਾ ਮੂਹਰੇ ਹੋ ਜਾਓ, ਅਸੀਂ ਸਰਕਾਰੀ ਬੰਦੇ ਹੋ ਨਹੀਂ ਸਕਦੇ ਪਰ ਹੋਣਾ ਪੈਣਾ। ਸੋ ਹੱਥ जोड़ के बेनती एक रहो, इकट्ठे रहो। वाहिगुरु जी का खालसा, वाहिगुरु जी की फतेह। सेकेंड लॉकडाउन लगने वाला है, इससे नौजवान किस तरह प्रभावित होने वाले हैं? इससे नौजवानों पे दो प्रभाव पड़ रहे हैं। एक तो सीधा सीधा रोजगार के ऊपर है, दूसरा एजुकेशन के ऊपर है। अब जो नौजवान पढ़ लिख के कॉलेजों से बाहर निकले हैं, रोजगार के लिए कहीं पे जाते हैं, इंटरव्यू में लिए जाते हैं। पहली बात तो सरकारी नौकरी है नहीं, फिर भी जो प्राइवेट करना चाहते हैं, कोई अपनी रेडी लगाना चाहता है, कोई कुछ भी करना चाहता है, इस समय नहीं मिलेगा। अब सरकार कह रही थी एक दिन छोड़ के एक दिन रोजगार के ऊपर, एक दिन बोलते लॉकडाउन। अब परसों भी कल फिर लॉकडाउन था, अब शनिवार पर फिर लॉकडाउन आ गया। लोगों को अपना घर चलाने तक की छूट नहीं मिल रही है काम करने का। दूसरा इसके साथ में एजुकेशन में प्रभाव पड़ रहा है। अब जो 11वीं क्लास में बच्चा, बोर्ड की क्लास के आपके 10वीं के पेपर नहीं हो रहे, 9वीं में भी प्रमोट करके भेज देते थे, 10वीं में भी प्रमोट कर रहे हैं। जो बच्चा 2 साल स्कूल की पढ़ाई नहीं कर पाएगा, वो देखो कैसे दिमागी तौर पर नपुंसक वाला काम हो जाएगा।